हाँ जी दोस्तों, प्यार भरी सत श्री अकाल कबूल करियो। वाहिगुरु जी का खालसा, श्री वाहिगुरु जी की फतेह। सत श्री अकाल। प्यारे ਦੋਸਤੋ, ਅਸੀਂ ਹਰ ਰੋਜ਼ ਤੁਹਾਡੇ ਸਭਾ ਦੇ ਵਿੱਚ ਭਾਰਤ ਦੇ ਸੰਵਿਧਾਨ ਦਾ ਇੱਕ ਨਵਾਂ ਭਾਗ, ਇੱਕ ਨਵਾਂ ਅੰਸ਼ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਆ ਤੇ ਭਾਰਤ ਦੇ ਸੰਵਿਧਾਨ ਬਾਰੇ ਤੁਹਾਨੂੰ ਜਾਣੂ ਕਰਵਾਉਂਦੇ ਰਹਿੰਦੇ ਆ ਕਿ ਤੁਹਾਡੇ ਮੌਲਿਕ ਅਧਿਕਾਰ ਕੀ ਨੇ, ਤੁਹਾਡੇ ਬੱਚਿਆਂ ਪ੍ਰਤੀ, ਤੁਹਾਡੇ ਭਾਰਤ ਪ੍ਰਤੀ ਤੁਹਾਡੀ ਕੀ ਜ਼ਿੰਮੇਵਾਰੀ ਬਣਦੀ ਹੈ। ਸੋ ਪਿਆਰੇ ਦੋਸਤੋ, ਉਮੀਦ ਕਰਦੇ ਹਾਂ ਜਿੰਨੀਆਂ ਵੀ ਵੀਡੀਓ ਰਾਹੀਂ ਮੈਂ ਤੁਹਾਨੂੰ ਭਾਰਤ ਦੇ ਸੰਵਿਧਾਨ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦਾ, ਤੁਸੀਂ ਉਹਨਾਂ ਵੀਡੀਓ ਤੋਂ, ਉਹਨਾਂ ਮੇਰੇ ਵਿਚਾਰਾਂ ਤੋਂ ਸੰਤੁਸ਼ਟ ਹੁੰਦੇ ਹੋਵੋਗੇ। ਸੋ ਇਸ ਭਾਰਤ ਦੇ ਸੰਵਿਧਾਨ ਨੂੰ ਆਪਣੇ ਘਰਾਂ ਵਿੱਚ ਸ਼ਾਮਲ ਕਰੋ ਤਾਂ ਕਿ ਤੁਹਾਨੂੰ ਆਪਣੇ ਮੌਲਿਕ ਅਧਿਕਾਰਾਂ ਦਾ ਪਤਾ ਲੱਗ ਸਕੇ ਜੋ ਤੁਹਾਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਇਸ ਭਾਰਤ ਦੇ ਸੰਵਿਧਾਨ ਅੰਦਰ ਲੈ ਕੇ ਦਿੱਤੇ ਨੇ। ਸੋ ਆਪਣੇ ਬੱਚਿਆਂ ਨੂੰ ਇੱਕ ਵਧੀਆ, ਇੱਕ ਖੁਸ਼ਹਾਲ ਭਰੀ ਜ਼ਿੰਦਗੀ ਦਿਓ। ਤੁਹਾਡੇ ਘਰ ਵੀ ਉਹ ਸਾਰੀਆਂ ਚੀਜ਼ਾਂ ਉਪਲਬਧ ਹੋਣ ਜਿਸ ਚੀਜ਼ਾਂ ਉੱਪਰ ਸਿਰਫ ਚੰਦ ਘਰਾਣਿਆਂ ਦਾ ਅਧਿਕਾਰ ਹੈ। ਸੋ ਇਸ ਸੰਵਿਧਾਨ ਦੇ ਵਿੱਚ ਤੁਹਾਨੂੰ ਇੱਕ ਸਮਾਨਤਾ ਦਿੱਤੀ ਗਈ ਆ। ਮੈਂ ਬਾਰ-ਬਾਰ ਹੱਥ ਜੋੜ ਕੇ ਇਹੀ ਅਪੀਲ ਕਰਦਾ, ਇਹ ਭਾਰਤ ਦਾ ਸੰਵਿਧਾਨ ਕਿਸੇ ਜਾਤੀ, ਕਿਸੇ ਧਰਮ, ਕਿਸੇ ਤਬਕੇ ਦਾ ਨਹੀਂ। ਇਹ ਭਾਰਤ ਦਾ ਸੰਵਿਧਾਨ ਤੁਹਾਡੇ ਆਪਣੇ ਮੌਲਿਕ ਅਧਿਕਾਰਾਂ ਦਾ ਹੈ ਤੇ ਤੁਹਾਡੇ ਲੋਕਾਂ ਨੂੰ ਹੀ ਸਮਰਪਿਤ ਹੈ। ਸੋ ਇੰਨੀਆਂ ਕੁ ਬੇਨਤੀਆਂ ਕਬੂਲ ਕਰਿਓ। ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਤੁਹਾਨੂੰ ਹੋਰ ਮੁੱਢਲੀਆਂ ਜਾਣਕਾਰੀਆਂ ਦਿੰਦਾ ਰਹਾਂ। ਆਓ ਅਸੀਂ ਇਸ ਭਾਰਤ ਦੇ ਸੰਵਿਧਾਨ ਦਾ ਅਗਲਾ ਭਾਗ ਪੜ੍ਹਦੇ ਹਾਂ ਜੀ। ਹੁਣ ਤੱਕ ਅਸੀਂ ਜਿੰਨੀਆਂ ਵੀ ਤੁਹਾਨੂੰ ਜਾਣਕਾਰੀਆਂ ਦਿੱਤੀਆਂ ਨੇ, ਉਮੀਦ ਕਰਦੇ ਹਾਂ ਤੁਸੀਂ ਉਹਨਾਂ ਨੂੰ ਪੜ੍ਹਿਆ ਵੀ ਹੋਵੇਗਾ ਤੇ ਵਿਚਾਰਿਆ ਵੀ ਹੋਵੇਗਾ ਤੇ ਉਹਨਾਂ ਜਾਣਕਾਰੀਆਂ ਤੋਂ ਸੰਤੁਸ਼ਟ ਵੀ ਹੋਏ ਹੋਵੋਗੇ। ਅਸੀਂ 135 ਆਰਟੀਕਲ ਪੜ੍ਹ ਚੁੱਕੇ ਹਾਂ ਜੀ। ਅੱਜ ਅਸੀਂ ਪੜ੍ਹਦੇ ਹਾਂ ਭਾਰਤ ਦੇ ਸੰਵਿਧਾਨ ਦਾ 136 ਨੰਬਰ ਆਰਟੀਕਲ, ਜਿਸ ਵਿੱਚ ਲਿਖਿਆ ਅਪੀਲ ਲਈ ਸੁਪਰੀਮ ਕੋਰਟ ਦੀ ਇਜਾਜ਼ਤ। ਅਗਰ ਤੁਸੀਂ ਅਪੀਲ ਕਰਦੇ ਹੋ ਤਾਂ ਸੁਪਰੀਮ ਕੋਰਟ ਤੁਹਾਨੂੰ ਵਿਸ਼ੇਸ਼ ਇਜਾਜ਼ਤ ਕੀ ਦਿੰਦੀ ਆ ਤੇ ਕਿਸ ਤਰੀਕੇ ਨਾਲ ਦਿੰਦੀ ਆ। ਸੁਪਰੀਮ ਕੋਰਟ ਆਪਣੇ ਵਿਵੇਕ ਅਨੁਸਾਰ ਭਾਰਤ ਦੇ ਰਾਜ ਖੇਤਰ ਵਿੱਚ ਕੋਰਟ ਦੁਆਰਾ ਕਿਸੇ ਵਾਦ ਜਾਂ ਮਾਮਲੇ ਵਿੱਚ ਪਾਸ ਕੀਤੇ ਗਏ ਕਾਨੂੰਨ ਜਾਂ ਦਿੱਤੇ ਗਏ ਫੈਸਲੇ, ਡਿਕਰੀ, ਸਜ਼ਾ ਦੇ ਹੁਕਮ ਜਾਂ ਹੁਕਮ ਦੀ ਅਧੀਨ ਦੀ ਅਪੀਲ ਲਈ ਵਿਸ਼ੇਸ਼ ਇਜਾਜ਼ਤ ਦੇ ਸਕਦਾ ਹੈ, ਪਰ ਇਹ ਸਸ਼ਤਰ ਬਲਾਂ ਬਾਰੇ ਕਿਸੇ ਫੈਸਲੇ ਤੇ ਲਾਗੂ ਨਹੀਂ ਹੁੰਦੀ। ਅਗਰ ਤੁਸੀਂ ਕਿਸੇ ਫੈਸਲੇ ਤੋਂ ਸੰਤੁਸ਼ਟ ਨਹੀਂ ਹੋ, ਅਗਰ ਤੁਹਾਨੂੰ ਲੱਗਦਾ ਕਿ ਕਾਨੂੰਨ ਦੁਆਰਾ ਤੁਹਾਡੇ ਨਾਲ ਕਿਸੇ ਫੈਸਲੇ ਤੇ ਧੱਕਾ ਹੋਇਆ, ਤਾਂ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਆਪਣੀ ਅਪੀਲ ਰੱਖ ਸਕਦੇ ਹੋ, ਆਪਣਾ ਅਧਿਕਾਰ ਰੱਖ ਸਕਦੇ ਹੋ ਕਿ ਮੇਰੇ ਸਜ਼ਾ ਪ੍ਰਤੀ ਜਾਂ ਮੇਰੇ ਵਾਦ ਵਿਵਾਦਾਂ ਪ੍ਰਤੀ ਇਹ ਫੈਸਲਾ ਹੁਣ ਸੁਪਰੀਮ ਕੋਰਟ ਦੇਵੇ, ਪਰ ਸ਼ਾਸਤਰ ਬਲਾਂ ਪ੍ਰਤੀ ਜਾਂ ਦੇਸ਼ ਦੇ ਫੈਸਲਿਆਂ ਪ੍ਰਤੀ ਜਾਂ ਦੇਸ਼ ਦੇ ਕਾਨੂੰਨ ਸਬਤ ਪ੍ਰਤੀ ਇਹ ਫੈਸਲਾ ਲਾਗੂ ਨਹੀਂ ਹੁੰਦਾ, ਕਿਉਂਕਿ ਅਸੀਂ ਆਪਣੇ ਅਧਿਕਾਰਾਂ ਪ੍ਰਤੀ ਹੀ ਸੁਪਰੀਮ ਕੋਰਟ ਦੇ ਵਿੱਚ ਆਪਣੇ ਅਧਿਕਾਰਾਂ ਦਾ ਪ੍ਰਯੋਗ ਕਰ ਸਕਦੇ ਹਾਂ ਤੇ ਸੁਪਰੀਮ ਕੋਰਟ ਵਿੱਚ ਆਪਣੀਆਂ ਹਦਾਇਤਾਂ ਰੱਖ ਸਕਦੇ ਹਾਂ ਕਿ ਸਾਡੇ ਨਾਲ ਇਸ ਫੈਸਲੇ ਉੱਤੇ ਧੱਕਾ ਹੋਇਆ ਜਾਂ ਸਾਡੀ ਸਹਿਮਤੀ ਨਹੀਂ ਸੀ ਜਾਂ ਸਾਡੇ ਜੋ ਅਸੀਂ ਫੈਸਲਾ ਚਾਹੁੰਦੇ ਸੀ ਉਸ ਦੇ ਵਿਰੁੱਧ ਆਇਆ ਹੈ। ਸੋ ਅੱਗੇ ਪੜ੍ਹਦੇ ਹਾਂ ਆਰਟੀਕਲ ਨੰਬਰ 137। ਸੁਪਰੀਮ ਕੋਰਟ ਨੂੰ ਆਪਣੇ ਦੁਆਰਾ ਸੁਣਾਏ ਗਏ ਫੈਸਲੇ ਜਾਂ ਦਿੱਤੇ ਗਏ ਆਦੇਸ਼ ਤੇ ਪੁਨਰ ਵਿਚਾਰ ਕਰਨ ਲਈ ਸ਼ਕਤੀ ਪ੍ਰਾਪਤ ਹੋਵੇਗੀ। ਜੋ ਭਾਰਤ ਦੀ ਸੁਪਰੀਮ ਕੋਰਟ ਹੁੰਦੀ ਆ, ਜੋ ਵੀ ਉਹ ਫੈਸਲੇ ਦਿੰਦਾ ਜਾਂ ਆਦੇਸ਼ ਸੁਣਾਉਂਦਾ, ਉਹ ਆਪਣੇ ਫੈਸਲੇ ਤੇ ਪੁਨਰ ਵਿਚਾਰ ਕਰਨ ਦੀ ਸ਼ਕਤੀ ਸਮਰੱਥ ਰੱਖਦਾ। ਅਗਰ ਸੁਪਰੀਮ ਕੋਰਟ ਕੋਈ ਫੈਸਲਾ ਦਿੰਦੀ ਆ ਤਾਂ ਉਸ ਫੈਸਲੇ ਤੇ ਵਿਚਾਰ ਵੀ ਕਰ ਸਕਦੀ ਆ। ਇਹ ਸ਼ਕਤੀ ਉਸ ਦੇ ਪਾਸ ਮੌਜੂਦ ਹੁੰਦੀ ਆ। ਆਰਟੀਕਲ 138 ਨੰਬਰ ਕਹਿੰਦਾ ਜੀ, ਸੁਪਰੀਮ ਕੋਰਟ ਸੰਘ ਸੂਚੀ ਵਿੱਚ ਵਿਸ਼ਿਆਂ ਵਿੱਚ ਕਿਸੇ ਦੇ ਸੰਬੰਧ ਵਿੱਚ ਐਸੀ ਹੋਰ ਅਧਿਕਾਰਤਾ ਅਤੇ ਸ਼ਕਤੀਆਂ ਹੋਣਗੀਆਂ ਜੋ ਸੰਸਦ ਕਾਨੂੰਨ ਦੁਆਰਾ ਪ੍ਰਦਾਨ ਕੀਤੀਆਂ ਜਾਣਗੀਆਂ। ਜੋ ਭਾਰਤ ਦੀ ਸੁਪਰੀਮ ਕੋਰਟ ਆ ਜੀ, ਭਾਰਤ ਦੀ ਸੂਚੀ ਦੇ ਵਿਸ਼ਿਆਂ ਵਿੱਚ ਉਹਦੇ ਕੋਲ ਸ਼ਕਤੀਆਂ ਤੇ ਸੰਸਦ ਦੀਆਂ ਸ਼ਕਤੀਆਂ
ਹੁੰਦੀਆਂ ਨੇ ਜੋ ਕਾਨੂੰਨ ਦੁਆਰਾ ਉਹ ਪ੍ਰਦਾਨ ਕਰ ਸਕਦੀ ਆ ਤੇ ਕੋਈ ਵੀ ਫੈਸਲਾ ਲਾਗੂ ਕਰ ਸਕਦੀ ਆ। ਆਰਟੀਕਲ 139 ਨੰਬਰ ਕਹਿੰਦਾ ਜੀ ਕੁਝ ਰਿਟ ਕੱਢਣ ਦੀਆਂ ਸ਼ਕਤੀਆਂ ਸੁਪਰੀਮ ਕੋਰਟ ਨੂੰ ਪ੍ਰਦਾਨ ਕੀਤੀਆਂ ਜਾਣਾ ਸੰਸਦ ਦੁਆਰਾ ਕਾਨੂੰਨ ਦੁਆਰਾ ਇਹ ਕਰ ਸਕੇਗੀ ਜੇ ਸੁਪਰੀਮ ਕੋਰਟ ਦੀ ਪੂਰਤੀ ਦੇ ਆਦੇਸ਼ ਨਾਲ ਅਜਿਹਾ ਕਰਨਾ ਠੀਕ ਸਮਝੇ ਤਾਂ ਉਹ ਕਿਸੇ ਹਾਈ ਕੋਰਟ ਦੇ ਸਾਹਮਣੇ ਚੱਲ ਰਹੇ ਕਿਸੇ ਮਾਮਲੇ ਅਪੀਲ ਜਾਂ ਹੋਰ ਕਾਰਵਾਈ ਦੀ ਜਾਂਚ ਕਿਸੇ ਹੋਰ ਅਦਾਲਤ ਤੋਂ ਕਰਵਾ ਸਕਦੀ ਹੈ। ਅਗਰ ਸੁਪਰੀਮ ਕੋਰਟ ਵਿੱਚ ਕੁਝ ਰਿਟ ਕੱਢਣ ਦੀਆਂ ਸ਼ਕਤੀਆਂ ਨੇ ਉਹ ਸੰਸਦ ਦੁਆਰਾ ਉਹਨਾਂ ਕਾਨੂੰਨਾਂ ਦਾ ਜੋ ਅਧਿਕਾਰ ਹੁੰਦੇ ਨੇ ਸੰਸਦ ਦੁਆਰਾ ਉਹਨਾਂ ਦੇ ਅਧੀਨ ਉਹ ਵਿਚਾਰ ਕਰਦੀ ਹੈ ਤੇ ਸੁਪਰੀਮ ਕੋਰਟ ਨਿਆਂ ਪੂਰਤੀ ਲਈ ਵੀ ਤੁਹਾਨੂੰ ਇੱਕ ਨਿਆਂ ਮਿਲ ਸਕੇ ਜੋ ਤੁਹਾਡੇ ਅਧਿਕਾਰ ਨੇ ਉਸ ਪ੍ਰਤੀ ਆਪਣੇ ਉਦੇਸ਼ ਦੀ ਪੂਰਤੀ ਕਰਦੀ ਆ। ਤੇ ਅਗਰ ਠੀਕ ਸਮਝੇ ਤਾਂ ਹਾਈ ਕੋਰਟ ਦੇ ਸਾਹਮਣੇ ਕਿਸੇ ਵੀ ਮਾਮਲਾ ਜੋ ਹਾਈ ਕੋਰਟ ਦੇ ਸਾਹਮਣੇ ਕੋਈ ਮਾਮਲਾ ਚੱਲ ਰਿਹਾ ਉਸ ਨੂੰ ਉਹ ਵਿਸ਼ੇਸ਼ ਸ਼ਕਤੀਆਂ ਪ੍ਰਦਾਨ ਕਰ ਸਕਦੀ ਆ ਤਾਂ ਕਿ ਉਹ ਆਪਣੀ ਅਗੇਰੀ ਕਾਰਵਾਈ ਜਾਂ ਅਪੀਲ ਰਾਹੀਂ ਕਿਸੇ ਹੋਰ ਉੱਚ ਅਦਾਲਤ ਤੋਂ ਉਸ ਦੀ ਕਾਰਵਾਈ ਕਰਵਾ ਸਕੇ। ਆਰਟੀਕਲ 140 ਨੰਬਰ ਵਿੱਚ ਲਿਖਿਆ ਜੀ ਸੰਸਦ ਦੁਆਰਾ ਸੁਪਰੀਮ ਕੋਰਟ ਨੂੰ ਅਜਿਹੀਆਂ ਸਹਾਇਕ ਸ਼ਕਤੀਆਂ ਪ੍ਰਦਾਨ ਕਰਨ ਲਈ ਨਿਯਮਬੰਧ ਕਰ ਸਕੇਗੀ ਜੋ ਇਸ ਸੰਵਿਧਾਨ ਦੇ ਨਿਯਮਾਂ ਵਿੱਚ ਕਿਸੇ ਨਾਲ ਮੇਲ ਨਾ ਖਾਂਦੇ ਹੋਣ। ਮੈਂ ਤੁਹਾਨੂੰ ਬਾਰ-ਬਾਰ ਕਹਿਣਾ ਹੈ ਭਾਰਤ ਦਾ ਸੰਵਿਧਾਨ ਜੋ ਡਾਕਟਰ ਸਾਹਿਬ ਬਾਬਾ ਭੀਮ ਰਾਓ ਅੰਬੇਦਕਰ ਜੀ ਨੇ ਲਿਖਿਆ ਤੁਹਾਡੇ ਹੀ ਹੱਕਾਂ ਲਈ ਤੁਹਾਡੇ ਹੀ ਮੌਲਿਕ ਅਧਿਕਾਰਾਂ ਨੂੰ ਸਮਰਪਿਤ ਆ। ਉਹੀ ਅਧਿਕਾਰ ਆਰਟੀਕਲ 140 ਨੰਬਰ ਵਿੱਚ ਲਿਖਿਆ ਅਗਰ ਸੰਸਦ ਦੀ ਵਿਧੀ ਦੁਆਰਾ ਸੁਪਰੀਮ ਕੋਰਟ ਨੂੰ ਇੱਕ ਵਿਸ਼ੇਸ਼ ਸ਼ਕਤੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਜੋ ਨਿਯਮਬੰਧ ਹੋਣਗੀਆਂ ਇੱਕ ਨਿਯਮ ਇੱਕ ਤਰੀਕੇ ਇੱਕ ਰੂਲ ਦੇ ਨਾਲ ਚੱਲ ਸਕਣਗੀਆਂ ਪਰ ਉਹ ਅਜਿਹੀਆਂ ਸ਼ਕਤੀਆਂ ਦੀ ਵਰਤੋਂ ਨਹੀਂ ਕਰ ਸਕਦੀ ਸੁਪਰੀਮ ਕੋਰਟ ਜੋ ਭਾਰਤ ਦੇ ਸੰਵਿਧਾਨ ਨਾਲ ਮੇਲ ਨਹੀਂ ਖਾਂਦੀਆਂ। ਸੋ ਉਸ ਨੂੰ ਉਹੀ ਸ਼ਕਤੀਆਂ ਦੀ ਪਾਲਣਾ ਕਰਨੀ ਪਵੇਗੀ ਜੋ ਭਾਰਤ ਦੇ ਸੰਵਿਧਾਨ ਦੇ ਵਿੱਚ ਲਿਖੇ ਅਧਿਕਾਰਾਂ ਨਾਲ ਮੇਲ ਖਾਂਦੀਆਂ ਨੇ। ਅੱਗੇ ਪੜ੍ਹਦੇ ਹਾਂ ਜੀ 141 ਨੰਬਰ ਸੁਪਰੀਮ ਕੋਰਟ ਦੁਆਰਾ ਘੋਸ਼ਿਤ ਕਾਨੂੰਨ ਭਾਰਤ ਦੇ ਰਾਜ ਖੇਤਰਾਂ ਵਿੱਚ ਸਾਰੀਆਂ ਕੋਰਟਾਂ ਨੂੰ ਮੰਨਣਾ ਜ਼ਰੂਰੀ ਹੋਵੇਗਾ। ਭਾਰਤ ਵਿੱਚ ਜੋ ਸਾਡੀ ਸੁਪਰੀਮ ਕੋਰਟ ਹੈ ਇਹਦੇ ਵਿੱਚ ਅਗਰ ਸੁਪਰੀਮ ਕੋਰਟ ਕੋਈ ਕਾਨੂੰਨ ਘੋਸ਼ਿਤ ਕਰਦੀ ਹੈ ਤਾਂ ਉਹ ਭਾਰਤ ਵਿੱਚ ਜਿੰਨੀਆਂ ਵੀ ਕੋਰਟਾਂ ਨੇ ਉਹਨਾਂ ਕੋਰਟਾਂ ਨੂੰ ਸੁਪਰੀਮ ਕੋਰਟ ਦਾ ਉਹ ਫੈਸਲਾ ਮੰਨਣਾ ਪਵੇਗਾ ਕਿਉਂਕਿ ਉਹ ਫੈਸਲਾ ਸੁਪਰੀਮ ਕੋਰਟ ਦਾ ਅੰਤਿਮ ਫੈਸਲਾ ਹੁੰਦਾ। ਇਹ ਆਰਟੀਕਲ ਨੰਬਰ 141 ਤੁਸੀਂ ਪੜ੍ਹ ਸਕਦੇ ਹੋ। ਅੱਗੇ ਪੜ੍ਹਦੇ ਹਾਂ ਜੀ ਆਰਟੀਕਲ ਨੰਬਰ 142 ਸੁਪਰੀਮ ਕੋਰਟ ਆਪਣੀ ਅਧਿਕਾਰਤਾ ਦੀ ਵਰਤੋਂ ਕਰਦੇ ਹੋਏ ਅਜਿਹਾ ਹੁਕਮ ਪਾਸ ਕਰ ਸਕੇਗਾ ਜੋ ਸਾਹਮਣੇ ਪੈਂਡਿੰਗ ਕਿਸੇ ਬਾਤ ਜਾਂ ਕਿਸੇ ਵਿਸ਼ੇ ਵਿੱਚ ਪੂਰਨ ਨਿਆਂ ਕਰਨ ਲਈ ਜ਼ਰੂਰੀ ਹੋਵੇ। ਸੁਪਰੀਮ ਕੋਰਟ ਆਪਣੀਆਂ ਸ਼ਕਤੀਆਂ ਵਰਤ ਕੇ ਜੀ ਇੱਕ ਅਜਿਹਾ ਹੁਕਮ ਸ਼ਕਤੀਆਂ ਦੀ ਵਰਤੋਂ ਕਰ ਸਕਦਾ ਜੋ ਸਾਹਮਣੇ ਦਲੀਲਾਂ ਜਾਂ ਅਪੀਲਾਂ ਜਾਂ ਸਾਡੇ ਬਾਦ ਅਨੁਵਾਦ ਸਾਹਮਣੇ ਪੈਂਡਿੰਗ ਪਏ ਨੇ ਜਾਂ ਹਜੇ ਫੈਸਲੇ ਦੇ ਅਧੀਨ ਨੇ ਉੱਥੇ ਆਪਣਾ ਉਹ ਪੂਰੀ ਕਾਨੂੰਨ ਦੀ ਪਾਲਣਾ ਰਾਹੀਂ ਉਹਨਾਂ ਵਿਸ਼ਿਆਂ ਨੂੰ ਪੂਰਨ ਰੂਪ ਵਿੱਚ ਪੜ੍ਹ ਕੇ ਵਿਚਾਰ ਕੇ ਉਹਨਾਂ ਤੇ ਆਪਣਾ ਫੈਸਲਾ ਦੇ ਸਕਦਾ। ਸੰਸਦ ਦੁਆਰਾ ਇਸ ਬਾਰੇ ਬਣਾਏ ਕਾਨੂੰਨ ਦੇ ਨਿਯਮ ਰਹਿੰਦੇ ਹੋਏ ਸੁਪਰੀਮ ਕੋਰਟ ਭਾਰਤ ਦੇ ਸੰਪੂਰਨ ਰਾਜ ਖੇਤਰ ਦੇ ਬਾਰੇ ਕਿਸੇ ਵਿਅਕਤੀ ਨੂੰ ਹਾਜ਼ਰ ਕਰਾਉਣ ਲਈ ਕਿਸੇ ਦਸਤਾਵੇਜ਼ਾਂ ਨੂੰ ਪੇਸ਼ ਕਰਾਉਣ ਲਈ ਜਾਂ ਦੰਡ ਲੈਣ ਲਈ ਜਾਂ ਕੋਈ ਹੁਕਮ ਪਾਸ ਕਰਨ ਦਾ ਪੂਰਾ ਅਧਿਕਾਰ ਰੱਖਦਾ ਹੈ। ਸੁਪਰੀਮ ਕੋਰਟ ਵਿੱਚ ਸੰਸਦ ਦੁਆਰਾ ਇੱਕ ਵਿਸ਼ੇਸ਼ ਅਧਿਕਾਰ ਬਣਾਇਆ ਜਾਂਦਾ ਜੀ। ਉਹ ਭਾਰਤ ਦੀ ਸੁਪਰੀਮ ਕੋਰਟ ਸਾਰੇ ਵਿਸ਼ੇ ਦੇ ਸਾਰੇ ਰਾਜ ਖੇਤਰਾਂ ਵਿੱਚ ਕਿਸੇ ਵਿਅਕਤੀ ਨੂੰ ਹਾਜ਼ਰੀ ਲਵਾਉਣ ਲਈ ਦਸਤਾਵੇਜ਼ਾਂ ਨੂੰ ਪੇਸ਼ ਕਰਾਉਣ ਲਈ ਜਾਂ ਸਜ਼ਾ ਨੂੰ ਲਾਗੂ ਕਰਨ ਲਈ ਜਾਂ ਉਸ ਨੂੰ ਰੱਦ ਕਰਨ ਲਈ ਆਪਣੇ ਪਾਸ ਪੂਰਾ ਹੁਕਮ ਰੱਖਦੀ ਆ। ਸੁਪਰੀਮ ਕੋਰਟ ਕਿਸੇ ਸਜ਼ਾ ਨੂੰ ਲਾਗੂ ਵੀ ਕਰ ਸਕਦੀ ਆ ਤੇ ਸਜ਼ਾ ਨੂੰ ਰੱਦ ਵੀ ਕਰ ਸਕਦੀ ਹੈ। ਸੁਪਰੀਮ ਕੋਰਟ ਕੋਲ ਪੂਰੀਆਂ ਸ਼ਕਤੀਆਂ ਹੁੰਦੀਆਂ ਨੇ। ਅੱਗੇ ਪੜ੍ਹਦੇ ਹਾਂ ਜੀ ਆਰਟੀਕਲ ਨੰਬਰ 143 ਸੁਪਰੀਮ ਕੋਰਟ ਨਾਲ ਸਲਾਹ ਕਰਨ ਦੀ ਰਾਸ਼ਟਰਪਤੀ ਦੀ ਸ਼ਕਤੀ। ਅਗਰ ਸੁਪਰੀਮ ਕੋਰਟ ਨਾਲ ਭਾਰਤ ਦੀ ਸੁਪਰੀਮ ਕੋਰਟ ਨਾਲ ਰਾਸ਼ਟਰਪਤੀ ਨੇ ਕੋਈ ਸਲਾਹ ਜਾਂ ਮਸ਼ਵਰਾ ਕਰਨਾ ਤਾਂ ਰਾਸ਼ਟਰਪਤੀ ਦੀ ਕੀ ਸ਼ਕਤੀ ਹੁੰਦੀ ਹੈ ਜੀ। ਆਰਟੀਕਲ ਨੰਬਰ 143 ਵਿੱਚ ਪੜ੍ਹ ਸਕਦੇ ਹੋ। ਰਾਸ਼ਟਰਪਤੀ ਕਿਸੇ ਵੀ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਸਲਾਹ ਲੈ ਸਕਦਾ ਜੇ ਉਸ ਨੂੰ ਮਾਮਲੇ ਵਿੱਚ ਉਹ ਉਚਿਤ ਸਮਝੇ। ਰਾਸ਼ਟਰਪਤੀ
ਕਿਸੇ ਵੀ ਮਾਮਲੇ ਵਿੱਚ ਸੁਪਰੀਮ ਕੋਰਟ ਦੀ ਸਲਾਹ ਲੈ ਸਕਦਾ ਕਿ ਅਗਰ ਮੇਰੇ ਕੋ ਕੋਈ ਦੰਡ ਮਾਫ ਜਾਂ ਕਿਸੇ ਸਜ਼ਾ ਨੂੰ ਮਾਫ ਕਰਨ ਦੀ ਅਪੀਲ ਆਈ ਆ ਤਾਂ ਉਹ ਸੁਪਰੀਮ ਕੋਰਟ ਤੋਂ ਉਸ ਬਾਰੇ ਜਾਣਕਾਰੀ ਲੈਂਦਾ ਕਿ ਜਿਹੜਾ ਤੁਹਾਡੇ ਕੋਲ ਕੇਸ ਪੈਂਡਿੰਗ ਅਧੀਨ ਆ ਜਾਂ ਇਸ ਕੇਸ ਤੇ ਫੈਸਲਾ ਹੋਇਆ ਉਸ ਸੰਬੰਧੀ ਤੁਹਾਡੇ ਵਿਚਾਰ ਕੀ ਨੇ। ਉਸ ਸੰਵਿਧਾਨ ਦੇ ਉੱਪਰ ਉਸ ਸੰਵਿਧਾਨ ਨੂੰ ਪੜ੍ਹ ਕੇ, ਭਾਰਤ ਦੇ ਸੰਵਿਧਾਨ ਨੂੰ ਪੜ੍ਹ ਕੇ ਉਹ ਆਪਣੇ ਵਿਚਾਰਾਂ ਨੂੰ ਜੀ ਵਿਚਾਰ ਕੇ ਇੱਕ ਸਜ਼ਾ ਤੈਅ ਕਰਦੇ ਨੇ। ਸੋ ਅੱਗੇ ਪੜ੍ਹਦੇ ਹਾਂ ਜੀ ਆਰਟੀਕਲ ਨੰਬਰ 144। ਭਾਰਤ ਦੇ ਰਾਜ ਖੇਤਰਾਂ ਦੇ ਸਿਵਲ ਅਤੇ ਨਿਆਇਕ ਅਧਿਕਾਰੀ ਸੁਪਰੀਮ ਕੋਰਟ ਦੀ ਸਹਾਇਤਾ ਵਿੱਚ ਕੰਮ ਕਰਨਗੇ। ਜੋ ਭਾਰਤ ਦੇ ਸਾਰੇ ਸਿਵਲ ਨਿਆਇਕ ਅਧਿਕਾਰੀ ਨੇ, ਜੋ ਸਰਕਾਰੀ ਅਧਿਕਾਰੀ ਨੇ, ਸੁਪਰੀਮ ਕੋਰਟ ਦੀ ਸਹਾਇਤਾ ਵਿੱਚ ਕੰਮ ਕਰਨਗੇ। ਉਹ ਸੁਪਰੀਮ ਕੋਰਟ ਤੋਂ ਬਾਹਰ ਕੰਮ ਨਹੀਂ ਕਰ ਸਕਦੇ। ਜੋ ਸੁਪਰੀਮ ਕੋਰਟ ਦੇ ਸਵਾਲਾਂ ਦੇ ਸੰਪੂਰਨ ਜਵਾਬ ਦੇ ਸਕੇ ਜਾਂ ਸੁਪਰੀਮ ਕੋਰਟ ਨੂੰ ਸਜ਼ਾ ਸੁਣਾਉਣ ਵਿੱਚ ਜਾਂ ਕਿਸੇ ਫੈਸਲੇ ਨੂੰ ਸਥਾਪਿਤ ਕਰਨ ਵਿੱਚ ਉਹ ਫੈਸਲੇ ਲਾਗੂ ਹੁੰਦੇ ਹੋਣ ਤਾਂ ਸੁਪਰੀਮ ਕੋਰਟ ਉਹਨਾਂ ਦੀ ਸਹਾਇਤਾ ਲਈ ਲੈ ਸਕਦੀ ਹੈ ਤੇ ਉਹ ਵੀ ਸੁਪਰੀਮ ਕੋਰਟ ਨੂੰ ਆਪਣਾ ਪੂਰਾ ਸਮਰਥਨ ਦੇਣਗੇ। ਅੱਗੇ ਪੜ੍ਹਦੇ ਹਾਂ ਜੀ ਆਰਟੀਕਲ ਨੰਬਰ 145। ਕੋਰਟ ਦੇ ਨਿਯਮ ਆਦਿ ਸੰਸਦ ਦੁਆਰਾ ਬਣਾਏ ਗਏ ਕਾਨੂੰਨ ਅਧੀਨ ਰਹਿੰਦਿਆਂ ਸੁਪਰੀਮ ਕੋਰਟ ਸਮੇਂ-ਸਮੇਂ ਤੇ ਰਾਸ਼ਟਰਪਤੀ ਦੀ ਸਲਾਹ ਨਾਲ ਕੋਰਟ ਦੀ ਪੱਧਰੀ ਅਤੇ ਪ੍ਰਕਿਰਿਆ ਦੇ ਮਾਪ ਤੇ ਨਿਯਮ ਬਣਾ ਸਕੇਗਾ। ਜਿਵੇਂ ਉਸ ਨੂੰ ਕੋਰਟ ਵਿੱਚ ਕਾਨੂੰਨੀ ਧੰਦਾ ਕਰਨ ਵਾਲੇ ਵਿਅਕਤੀ ਬਾਰੇ ਨਿਯਮ, ਅਪੀਲਾਂ ਸੁਣਨ ਦੀ ਪ੍ਰਕਿਰਿਆ ਬਾਰੇ, ਫੀਸ ਖਰਚਿਆਂ ਬਾਰੇ, ਜ਼ਮਾਨਤ ਮਨਜ਼ੂਰ ਕਰਨ ਬਾਰੇ, ਕਾਰਵਾਈ ਰੋਕਣ ਬਾਰੇ। ਜਿਸ ਅਪੀਲ ਬਾਰੇ ਕੋਰਟ ਨੂੰ ਲੱਗਦਾ ਹੈ ਤਾਂ ਤੁੱਛ ਜਾਂ ਤੰਗ ਕਰਨ ਵਾਲੀ ਹੈ ਤਾਂ ਦੇਰੀ ਕਰਨ ਦੇ ਉਦੇਸ਼ ਨਾਲ ਕੀਤੀ ਗਈ ਹੈ ਤਾਂ ਉਸ ਨਿਯਮ ਬਾਰੇ ਸੁਪਰੀਮ ਕੋਰਟ ਹਰ ਫੈਸਲਾ ਖੁੱਲ੍ਹੀ ਅਦਾਲਤ ਵਿੱਚ ਸੁਣਾਏਗਾ। ਹਾਜ਼ਰ ਜੱਜਾਂ ਦੀ ਬਹੁ ਗਿਣਤੀ ਦੀ ਸਹਿਮਤੀ ਨਾਲ ਫੈਸਲੇ ਹੋਣਗੇ। ਅਗਰ ਸੰਸਦ ਦੇ ਦੁਆਰਾ ਬਣਾਏ ਗਏ ਕਾਨੂੰਨਾਂ ਦੇ ਅਧੀਨ ਸੁਪਰੀਮ ਕੋਰਟ ਵਿੱਚ ਕੋਈ ਵੀ ਫੈਸਲਾ ਰਾਸ਼ਟਰਪਤੀ ਦੀ ਸਲਾਹ ਨਾਲ ਜਾਂ ਕੋਰਟ ਦੀ ਪ੍ਰਕਿਰਿਆ ਦੇ ਨਿਯਮਾਂ ਨਾਲ ਬਣਾਇਆ ਜਾਂਦਾ ਜੀ, ਕੋਈ ਵੀ ਫੈਸਲਾ ਸੁਪਰੀਮ ਕੋਰਟ ਜੋ ਕਰਦੀ ਆ ਉਹ ਰਾਸ਼ਟਰਪਤੀ ਦੀ ਸਲਾਹ ਨਾਲ ਜੀ ਕੋਰਟ ਦੀ ਪ੍ਰਕਿਰਿਆ ਜੋ ਹੁੰਦੀ ਆ, ਸੰਸਦ ਦੁਆਰਾ ਜੋ ਕਾਨੂੰਨ ਤੈਅ ਕੀਤੇ ਜਾਂਦੇ ਨੇ ਉਹਨਾਂ ਵਿੱਚ ਉਹ ਫੈਸਲੇ ਸੁਣਾਉਂਦੀ ਆ। ਉਹਦੇ ਵਿੱਚ ਅਪੀਲ ਸੁਣਨ ਦੀ ਪ੍ਰਕਿਰਿਆ ਹੁੰਦੀ ਆ, ਫੀਸਾਂ ਦੇ ਖਰਚਿਆਂ ਬੰਦੀ ਨਿਯਮ ਹੁੰਦੇ ਨੇ ਜੀ, ਜ਼ਮਾਨਤ ਮਨਜ਼ੂਰ ਕਰਨ ਜਾਂ ਨਾ ਮਨਜ਼ੂਰ ਕਰਨ ਬਾਰੇ ਜਾਂ ਕਿਸੇ ਦੇ ਕੇਸ ਵਿੱਚ ਦੇਰੀ ਕੀਤੇ ਜਾਣ ਸੰਬੰਧੀ ਤਾਂ ਉਹ ਜੋ ਸੁਪਰੀਮ ਕੋਰਟ ਦੇ ਜੱਜ ਨੇ ਜੀ, ਉਹਨਾਂ ਦੇ ਜੋ ਵਕੀਲ ਨੇ, ਉਹ ਸਾਰਿਆਂ ਦੀਆਂ ਸਹਿਮਤੀਆਂ ਲੈ ਕੇ ਰਾਸ਼ਟਰਪਤੀ ਦੇ ਫੈਸਲੇ ਰਾਹੀਂ ਉਹਨਾਂ ਨੂੰ ਇੱਕ ਫੈਸਲਾ ਸੁਣਾਉਣ ਵਿੱਚ ਮਦਦ ਕਰਦੇ ਨੇ। ਅੱਗੇ ਪੜ੍ਹਦੇ ਹਾਂ ਜੀ ਅਸੀਂ ਸੁਪਰੀਮ ਕੋਰਟ ਦੇ ਅਧਿਕਾਰੀ ਅਤੇ ਸੇਵਕ ਤੇ ਖਰਚਾ। ਸੁਪਰੀਮ ਕੋਰਟ ਦੇ ਜੋ ਅਧਿਕਾਰੀ ਹੁੰਦੇ ਨੇ ਜੀ ਅਤੇ ਸੇਵਕ ਹੁੰਦੇ ਨੇ ਉਹਨਾਂ ਦਾ ਖਰਚਾ ਕੀ ਆ। ਸੁਪਰੀਮ ਕੋਰਟ ਦੇ ਅਧਿਕਾਰੀ ਅਤੇ ਸੇਵਕਾਂ ਦੀਆਂ ਨਿਯੁਕਤੀਆਂ ਭਾਰਤ ਦਾ ਚੀਫ ਜਸਟਿਸ ਕਰੇਗਾ ਜਾਂ ਕੋਰਟ ਦਾ ਐਸਰਾ ਹੋਰ ਜੱਜ ਜਾਂ ਅਧਿਕਾਰੀ ਕਰੇਗਾ ਜਿਸ ਨੂੰ ਉਹ ਨਿਰਧਾਰਤ ਕਰਦਾ ਹੈ। ਸੁਪਰੀਮ ਕੋਰਟ ਦੇ ਵਿੱਚ ਜਿੰਨੇ ਵੀ ਅਧਿਕਾਰੀ ਨੇ ਜਾਂ ਸੇਵਕਾਂ ਦੀਆਂ ਨਿਯੁਕਤੀਆਂ ਹੁੰਦੀਆਂ ਨੇ ਉਹ ਭਾਰਤ ਦਾ ਚੀਫ ਜਸਟਿਸ ਕਰਦਾ ਜਾਂ ਕੋਰਟ ਦਾ ਐਸਾ ਬੰਦਾ ਕਰਦਾ ਜੋ ਸੁਪਰੀਮ ਕੋਰਟ ਦੇ ਜੱਜਾਂ ਦੁਆਰਾ ਉਸ ਨੂੰ ਨਿਰਧਾਰਿਤ ਕੀਤਾ ਹੋਵੇ ਜਾਂ ਉਸ ਨੂੰ ਚੁਣਿਆ ਗਿਆ ਹੋਵੇ ਚੀਫ ਜਸਟਿਸ ਦੇ ਹੁਕਮਾਂ ਅਧੀਨ। ਸੇਵਾ ਦੀਆਂ ਸ਼ਰਤਾਂ ਸੰਸਦ ਦੁਆਰਾ ਕਾਨੂੰਨ ਅਨੁਸਾਰ ਹੀ ਹੋਣਗੀਆਂ। ਜੋ ਭਾਰਤ ਦੇ ਸੁਪਰੀਮ ਕੋਰਟ ਦੇ ਸੇਵਕਾਂ ਜਾਂ ਅਧਿਕਾਰੀਆਂ ਦੇ ਖਰਚੇ ਨੇ ਜਾਂ ਉਹਨਾਂ ਦੀਆਂ ਤਨਖਾਹਾਂ ਨੇ ਉਹ ਸੰਸਦ ਦੁਆਰਾ ਕਾਨੂੰਨ ਬਣਾਏ ਜਾਂਦੇ ਨੇ, ਉਹਨਾਂ ਦੇ ਅਧੀਨ ਉਹਨਾਂ ਨੂੰ ਤਨਖਾਹਾਂ ਭੱਤੇ ਹੋਣਗੇ ਜੀ। ਵੇਤਨ ਭੱਤਿਆਂ, ਛੁੱਟੀ, ਪੈਨਸ਼ਨ ਜਾਂ ਸੰਬੰਧਿਤ ਵਿਸ਼ਿਆਂ ਵਿੱਚ ਰਾਸ਼ਟਰਪਤੀ ਦੀ ਮਨਜ਼ੂਰੀ ਲੈਣੀ ਪਵੇਗੀ। ਅਗਰ ਉਹਨਾਂ ਨੂੰ ਤਨਖਾਹ ਦੇਣੀ ਆ ਜਾਂ ਵੇਤਨ ਭੱਤੇ ਦੇਣੇ ਆ ਜਾਂ ਪੈਨਸ਼ਨ ਦੇਣੀ ਆ, ਉਸ ਵਿਸ਼ਿਆਂ ਸੰਬੰਧੀ ਰਾਸ਼ਟਰਪਤੀ ਦੀ ਮਨਜ਼ੂਰੀ ਲੈਣੀ ਪੈਂਦੀ ਆ ਜੀ, ਤਾਂ ਉਹਨਾਂ ਨੂੰ ਉਹਨਾਂ ਦੇ ਜੋ ਭੱਤੇ ਨੇ ਜਾਂ ਤਨਖਾਹ ਨੇ ਜਾਂ ਵੇਤਨ ਨੇ ਉਹ ਦਿੱਤਾ ਜਾਂਦਾ ਵਾ। ਸੁਪਰੀਮ ਕੋਰਟ ਦੇ ਖਰਚੇ ਜਾਂ ਕੋਰਟ ਦੁਆਰਾ ਵਸੂਲੀਆਂ ਫੀਸਾਂ ਤੇ ਹੋਰ ਧਨ ਰਾਸ਼ੀਆਂ ਭਾਰਤ ਦੇ ਖਜ਼ਾਨੇ ਦਾ ਹਿੱਸਾ ਹੋਣਗੇ। ਸੁਪਰੀਮ ਕੋਰਟ ਦੇ ਜੋ ਪ੍ਰਸ਼ਾਸਨਿਕ ਖਰਚੇ ਹੁੰਦੇ ਨੇ ਜਾਂ ਤਨਖਾਹ ਹੁੰਦੀਆਂ ਨੇ ਉਹ ਭਾਰਤ ਦਾ ਜੋ ਖਜ਼ਾਨਾ ਹੁੰਦਾ ਜੀ ਉਹਦੇ ਹਿੱਸੇ ਵਿੱਚੋਂ ਜਾਂਦੀਆਂ ਨੇ। ਸੇਵਾ ਦੀਆਂ ਸ਼ਰਤਾਂ ਸੰਸਦ ਦੁਆਰਾ ਬਣਾਏ ਕਾਨੂੰਨਾਂ ਅਧਾਰ ਹੁੰਦੀਆਂ ਨੇ। ਜੋ ਇਹ ਸੇਵਾਵਾਂ ਹੁੰਦੀਆਂ ਨੇ ਭਾਰਤ ਦੀ ਸੰਸਦ ਦੁਆਰਾ ਜੋ ਕਾਨੂੰਨ ਬਣਾਇਆ ਜਾਂਦਾ ਉਸ ਦੇ ਅਧੀਨ ਹੁੰਦੀਆਂ ਨੇ। ਅੱਗੇ ਪੜ੍ਹਦੇ ਹਾਂ ਜੀ ਅਧਿਆਏ 5ਵਾਂ। ਭਾਰਤ ਦਾ ਕੰਪਟਰੋਲਰ ਅਤੇ ਆਡੀਟਰ ਜਨਰਲ। ਜੋ ਭਾਰਤ ਦਾ ਕੰਪਟਰੋਲਰ ਹੁੰਦਾ ਤੇ ਐਡੀਟਰ ਜਨਰਲ ਹੁੰਦਾ ਉਹ ਕਿੱਦਾਂ ਨਿਯੁਕਤ ਹੁੰਦਾ। ਭਾਰਤ ਦਾ ਇੱਕ
ਕੰਪਟਰੋਲਰ ਅਤੇ ਆਡੀਟਰ ਜਨਰਲ ਹੋਵੇਗਾ, ਜਿਸ ਨੂੰ ਰਾਸ਼ਟਰਪਤੀ ਨਿਯੁਕਤ ਕਰਦਾ। ਜੋ ਭਾਰਤ ਦਾ ਇੱਕ ਕੰਪਟਰੋਲਰ ਹੁੰਦਾ ਤੇ ਆਡੀਟਰ ਜਨਰਲ ਹੁੰਦਾ, ਉਸ ਨੂੰ ਰਾਸ਼ਟਰਪਤੀ ਨਿਯੁਕਤ ਕਰਦਾ। ਉਸ ਨੂੰ ਹਟਾਉਣ ਦੀਆਂ ਸ਼ਕਤੀਆਂ ਤੇ ਸ਼ਰਤਾਂ ਉਹੀ ਹੋਣਗੀਆਂ ਜੋ ਸੁਪਰੀਮ ਕੋਰਟ ਦੇ ਜੱਜ ਨੂੰ ਪਦ ਤੋਂ ਹਟਾਉਣ ਤੇ ਨਿਸ਼ਚਿਤ ਕੀਤੀਆਂ ਜਾਂਦੀਆਂ। ਅਗਰ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ ਨੂੰ ਉਹਦੇ ਅਹੁਦੇ ਤੋਂ ਹਟਾਉਣਾ, ਉਸ ਲਈ ਉਹੀ ਸ਼ਰਤਾਂ ਲਾਗੀਆਂ ਹੁੰਦੀਆਂ ਨੇ ਜੋ ਭਾਰਤ ਦੇ ਸੁਪਰੀਮ ਕੋਰਟ ਦੇ ਜੱਜ ਨੂੰ ਉਹਦੇ ਅਹੁਦੇ ਤੋਂ ਹਟਾਉਣ ਲਈ ਤੈਅ ਕੀਤੀਆਂ ਜਾਂਦੀਆਂ ਨੇ। ਉਸ ਦੀਆਂ ਸੇਵਾਵਾਂ, ਸ਼ਰਤਾਂ, ਵੇਤਨ, ਭੱਤੇ ਅਤੇ ਸੰਸਦ ਦੁਆਰਾ ਉਸ ਦੀਆਂ ਜੋ ਵੀ ਸੇਵਾਵਾਂ ਹੁੰਦੀਆਂ ਨੇ, ਜੋ ਸ਼ਕਤੀਆਂ ਹੁੰਦੀਆਂ ਨੇ ਜਾਂ ਤਨਖਾਹਾਂ ਹੁੰਦੇ ਨੇ, ਉਹ ਸੰਸਦ ਦੇ ਕਾਨੂੰਨਾਂ ਦੁਆਰਾ ਤੈਅ ਕੀਤੀਆਂ ਜਾਂਦੀਆਂ ਨੇ। ਇਹ ਆਰਟੀਕਲ ਨੰਬਰ 148 ਵਿੱਚ ਪੜ੍ਹ ਸਕਦੇ ਹੋ ਤੁਸੀਂ। ਸੰਵਿਧਾਨ ਅਤੇ ਸੰਸਦ ਦੁਆਰਾ ਬਣਾਏ ਨਿਯਮਾਂ ਦੇ ਅਧੀਨ ਰਹਿੰਦੇ ਹੋਏ ਉਹ ਸਾਰੇ ਅਧੀਨ ਸਟਾਫ ਦੀਆਂ ਸੇਵਾ, ਸ਼ਰਤਾਂ ਅਤੇ ਪ੍ਰਸ਼ਾਸਨਿਕ ਸ਼ਕਤੀਆਂ ਤੈਅ ਕਰੇਗਾ। ਕੰਪਟਰੋਲਰ ਦਫ਼ਤਰ ਦੇ ਪ੍ਰਸ਼ਾਸਨਿਕ ਖਰਚੇ, ਉਸ ਦੇ ਅਧੀਨ ਸੇਵਾ ਕਰਨ ਵਾਲੇ ਵਿਅਕਤੀਆਂ ਦੇ ਵੇਤਨ, ਭੱਤੇ ਅਤੇ ਪੈਨਸ਼ਨ ਭਾਰਤ ਦੇ ਖਜ਼ਾਨੇ ਵਿੱਚੋਂ ਪਾਸ ਹੋਣਗੇ। ਸੰਵਿਧਾਨ ਦੇ ਨਿਯਮ ਜੋ ਬਣਾਏ ਜਾਂਦੇ ਨੇ, ਜੋ ਉਹਨਾਂ ਦੇ ਅਧੀਨ ਸਟਾਫ ਦੀਆਂ ਸੇਵਾ ਸ਼ਰਤਾਂ ਹੁੰਦੀਆਂ ਨੇ, ਉਹ ਸੰਵਿਧਾਨ ਦੀਆਂ ਸ਼ਕਤੀਆਂ ਦੁਆਰਾ ਹੀ ਤੈਅ ਕੀਤੀਆਂ ਜਾਂਦੀਆਂ ਨੇ। ਕੰਪਟਰੋਲਰ ਅਤੇ ਆਡੀਟਰ ਜਨਰਲ ਦੇ ਜੋ ਪ੍ਰਸ਼ਾਸਨਿਕ ਖਰਚੇ ਹੁੰਦੇ ਨੇ, ਉਹ ਭਾਰਤ ਦੇ ਖਜ਼ਾਨੇ ਵਿੱਚੋਂ ਲੈ ਜਾਂਦੇ ਨੇ। ਜੋ ਵੀ ਉਹਨਾਂ ਦੇ ਵੇਤਨ ਹੁੰਦੇ ਨੇ, ਤਨਖਾਹਾਂ ਹੁੰਦੇ ਨੇ, ਜੋ ਭੱਤੇ ਹੁੰਦੇ ਨੇ ਜੀ, ਉਹ ਭਾਰਤ ਦੇ ਖਜ਼ਾਨੇ ਵਿੱਚੋਂ ਲੈ ਜਾਂਦੇ ਨੇ। ਉਸ ਦੇ ਫਰਜ਼ ਅਤੇ ਸ਼ਕਤੀਆਂ ਸੰਸਦ ਦੁਆਰਾ ਬਣਾਏ ਗਏ ਨਿਯਮਾਂ ਅਨੁਸਾਰ ਹੋਣਗੀਆਂ। ਜੋ ਉਸ ਦੇ ਫਰਜ਼ ਨੇ ਤੇ ਸ਼ਕਤੀਆਂ ਨੇ ਜੀ, ਉਹ ਭਾਰਤ ਦੇ ਜੋ ਸੰਸਦ ਦੁਆਰਾ ਕਾਨੂੰਨ ਬਣਾਏ ਜਾਂਦੇ ਨੇ, ਉਸ ਦੇ ਅਨੁਸਾਰ ਹੀ ਲਾਗੂ ਕੀਤੀਆਂ ਜਾਂਦੀਆਂ ਨੇ। ਸੇਵਾ ਅਤੇ ਰਾਜਾਂ ਦੇ ਲੇਖੇ ਜੋਖੇ ਦੀ ਸਮੀਖਿਆ ਕਰਨਾ ਉਸ ਵਿਅਕਤੀਆਂ ਦੀ ਸ਼ਕਤੀਆਂ ਵਿੱਚ ਆਉਂਦਾ ਹੈ। ਜੋ ਸਾਡੇ ਭਾਰਤ ਦੇ ਰਾਜ ਨੇ, ਉਹਨਾਂ ਵਿੱਚ ਸੇਵਾ ਜਾਂ ਕੋਈ ਲਿਖਤ ਪੜ੍ਹਤ ਕਰਨੀ ਆ, ਉਹ ਉਹਨਾਂ ਦੀਆਂ ਸ਼ਕਤੀਆਂ ਵਿੱਚ ਆਉਂਦਾ, ਜੋ ਭਾਰਤ ਦੇ ਕੰਪਟਰੋਲਰ ਤੇ ਆਡੀਟਰ ਜਨਰਲ ਦੀਆਂ ਸ਼ਕਤੀਆਂ ਨੇ। ਸੰਘ ਦੇ ਲੇਖੇ ਸੰਬੰਧੀ ਜਾਣਕਾਰੀ ਰਾਸ਼ਟਰਪਤੀ ਸਾਹਮਣੇ ਰੱਖੀ ਜਾਂਦੀ ਹੈ। ਉਹਨਾਂ ਨੇ ਜੋ ਵੀ ਸਾਡੇ ਭਾਰਤ ਦੇ ਰਾਜ ਦਾ ਜੋ ਲੇਖਾ ਜੋਖਾ, ਉਹਦੀਆਂ ਜੋ ਵੀ ਸਾਰੀ ਜਾਣਕਾਰੀ ਆ ਭਾਰਤ ਦੇ ਰਾਸ਼ਟਰਪਤੀ ਨੂੰ ਦੇਣੀ ਹੁੰਦੀ ਆ। ਸੰਸਦ ਦੇ ਦੋਨਾਂ ਸਦਨਾਂ ਵਿੱਚ ਉਹਨਾਂ ਨੂੰ ਪ੍ਰਸਤੁਤ ਕਰ ਸਕਦਾ, ਜੋ ਉਹਨੇ ਆਪਣਾ ਲੇਖਾ ਜੋਖਾ ਜੀ ਬਣਾਇਆ ਜਾਂ ਕੋਈ ਭਾਰਤ ਦੇ ਰਾਜਾਂ ਬਾਰੇ ਜਾਣਕਾਰੀ ਮੁਹੱਈਆ ਕਰਾਈ ਆ, ਉਹ ਸੰਸਦ ਦੇ ਦੋਹਾਂ ਸਦਨਾਂ ਵਿੱਚ ਉਹ ਪ੍ਰਸਤੁਤ ਕਰਦਾ ਵੀ ਮੈਂ ਤੁਹਾਡੇ ਸਾਹਮਣੇ ਰੱਖਦਾ ਵੀ ਇਹਨਾਂ ਦੀ ਸਥਿਤੀ ਕਿੱਦਾਂ ਦੀ ਆ। ਇਸ ਪ੍ਰਕਾਰ ਰਾਜ ਦੇ ਲੇਖਿਆਂ ਸੰਬੰਧੀ ਜਾਣਕਾਰੀ ਉਸ ਰਾਜ ਦੇ ਗਵਰਨਰ ਨੂੰ ਪ੍ਰਸਤੁਤ ਕੀਤੀ ਜਾਂਦੀ ਆ, ਜਿਸ ਨੂੰ ਰਾਜ ਦੇ ਵਿਧਾਨ ਮੰਡਲ ਦੇ ਸਨਮੁਖ ਪੇਸ਼ ਕੀਤਾ ਜਾਂਦਾ। ਜੋ ਵੀ ਉਹ ਰਾਜ ਦੀ ਸਾਰੀ ਲੇਖਿਆ ਜੋਖਿਆਂ ਦੀ ਜਾਣਕਾਰੀ ਆ, ਉਹ ਭਾਰਤ ਦੇ ਗਵਰਨਰ ਅੱਗੇ ਪ੍ਰਸਤੁਤ ਕੀਤੀ ਜਾਂਦੀ ਆ, ਜੋ ਰਾਜ ਦੇ ਵਿਧਾਨ ਮੰਡਲਾਂ ਦੇ ਸਨਮੁਖ ਪੇਸ਼ ਕੀਤਾ ਜਾਂਦਾ ਜੀ। ਇਹ ਅਸੀਂ ਪੜ੍ਹ ਲਏ ਜੀ ਆਰਟੀਕਲ ਨੰਬਰ 148 ਤੱਕ। ਕੱਲ ਭਾਗ 6ਵਾਂ ਅਸੀਂ ਪੜ੍ਹਾਂਗੇ। ਸੋ ਬਾਰ-ਬਾਰ ਤੁਹਾਨੂੰ ਇਹੀ ਬੇਨਤੀਆਂ ਕਰਦੇ ਆ ਜੀ, ਇਹ ਭਾਰਤ ਦਾ ਸੰਵਿਧਾਨ ਕਿਸੇ ਜਾਤੀ, ਕਿਸੇ ਤਬਕੇ, ਕਿਸੇ ਧਰਮ ਦਾ ਨਹੀਂ। ਇਹ ਭਾਰਤ ਦਾ ਸੰਵਿਧਾਨ ਤੁਹਾਡੇ ਆਪਣੇ ਮੌਲਿਕ ਅਧਿਕਾਰਾਂ ਦਾ ਹੈ। ਮੇਰੇ ਪਿਆਰੇ ਵੀਰੋ, ਬਾਰ-ਬਾਰ ਮੇਰੀਆਂ ਭੈਣਾਂ ਨੂੰ, ਮੇਰੀਆਂ ਮਾਤਾਵਾਂ ਨੂੰ, ਮੇਰੇ ਬਜ਼ੁਰਗਾਂ ਨੂੰ ਇੱਕੋ ਹੀ ਬੇਨਤੀ ਹੈ, ਵੱਧ ਤੋਂ ਵੱਧ ਇਸ ਭਾਰਤ ਦੇ ਸੰਵਿਧਾਨ ਨੂੰ ਆਪਣਾ ਸਮਾਂ ਦਿਓ। ਇਸ ਨੂੰ ਪੜ੍ਹੋ, ਵਿਚਾਰੋ, ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰੋ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਤੁਹਾਡੇ ਮੌਲਿਕ ਅਧਿਕਾਰ ਕੀ ਨੇ। ਅੱਜ ਤੱਕ ਅਸੀਂ ਵਾਧੂ ਵਿਸ਼ਿਆਂ ਦੇ ਵਿੱਚ ਜਾਂ ਵਾਧੂ ਕੰਮਾਂ ਦੇ ਵਿੱਚ ਸਮਾਂ ਬੜਾ ਵਿਅਰਥ ਗਵਾ ਲਿਆ ਤੇ ਸਾਡੇ ਬੱਚਿਆਂ ਨੂੰ ਅਸੀਂ ਇੱਕ ਦੋਜ਼ਕਾਂ ਭਰੀ ਜ਼ਿੰਦਗੀ ਦੇਣ ਲਈ ਮਜਬੂਰ ਹੋ ਗਏ। ਸੋ ਅਗਰ ਤੁਸੀਂ ਭਾਰਤ ਦਾ ਸੰਵਿਧਾਨ ਪੜ੍ਹਿਆ ਹੁੰਦਾ, ਵਿਚਾਰਿਆ ਹੁੰਦਾ, ਤਾਂ ਅੱਜ ਤੁਹਾਡੇ ਬੱਚੇ ਵੀ ਕੈਨੇਡਾ, ਅਮਰੀਕਾ ਵਾਂਗੂ ਖੁਸ਼ਹਾਲ ਹੁੰਦੇ ਤੇ ਤੁਹਾਡੇ ਬੱਚਿਆਂ ਹੱਥ ਵੀ ਉਹ ਭਾਰਤ ਦੇ ਸੰਵਿਧਾਨ ਦੀਆਂ ਸ਼ਕਤੀਆਂ ਹੁੰਦੀਆਂ, ਜੋ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨੇ ਸਾਨੂੰ ਇਸ ਭਾਰਤ ਦੇ ਸੰਵਿਧਾਨ ਅੰਦਰ ਲੈ ਕੇ ਦਿੱਤੀਆਂ ਨੇ। ਮੈਂ ਬਾਰ-ਬਾਰ ਹਰ ਰੋਜ਼ ਹਰ ਵੀਡੀਓ ਵਿੱਚ ਤੁਹਾਨੂੰ ਇੱਕੋ ਹੀ ਬੇਨਤੀ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਨਰਕ ਭਰੀ ਮੌਤ ਦੀ ਜ਼ਿੰਦਗੀ ਨਾ ਦਿਓ। ਤੁਹਾਡੇ ਬੱਚੇ ਭਾਰਤ ਦਾ ਭਵਿੱਖ ਨੇ, ਤੁਹਾਡੇ ਬੱਚੇ ਆਉਣ ਵਾਲੇ ਸਮੇਂ ਦਾ ਭਵਿੱਖ ਨੇ, ਤੁਹਾਡੇ ਬੱਚੇ ਸਾਡੇ ਮੁੱਢਲੇ ਅਧਿਕਾਰਾਂ ਦਾ ਭਵਿੱਖ ਨੇ। ਸੋ ਆਪਣੇ ਬੱਚਿਆਂ ਨੂੰ, ਆਪਣੇ ਆਪ ਨੂੰ ਇੰਨਾ ਕੁ ਸਮਾਂ ਦਿਓ ਕਿ ਆਪਣੇ ਬੱਚਿਆਂ ਵਿੱਚ ਬੈਠ ਕੇ ਇਸ ਭਾਰਤ ਦੇ ਸੰਵਿਧਾਨ ਨੂੰ ਪੜ੍ਹ ਸਕੋ ਤੇ ਵਿਚਾਰ ਸਕੋ। ਅਗਰ ਅਸੀਂ ਕੁਝ ਪੜ੍ਹ ਨਹੀਂ ਸਕਦੇ ਤਾਂ ਸੁਣ ਸਕਦੇ ਹਾਂ। ਅਗਰ ਸੁਣ ਸਕਦੇ ਹਾਂ ਤਾਂ ਉਸ ਨੂੰ ਵਿਚਾਰ ਵੀ ਸਕਦੇ ਹਾਂ।
अगर विचार सकते हैं तो उसनूं लागू भी कर सकते हैं अपनी जिंदगी विच। मेरे प्यारे दोस्तों, मेरे कोलों भारत का संविधान पढ़ते समय या किसी चीज़ के अर्थ समय मैं मानता मेरे को बहुत प्रकार दीयां गलतियां भुल्लां चुकां हो जांदियां ने। उस समय मैं हथ जोड़ के तुहाडे चरनां विच माफ़ी भी अर्पण करदा। सो अगर मेरे कोलों वीडियो पढ़ते वीडियो विच कोई इतिहास का या भारत के संविधान का जिक्र करते हुए ਜਾਂ ਸ਼ਬਦਾਂ ਦਾ ਅਨੁਵਾਦ ਕਰਦੇ ਹੋਏ ਕੋਈ ਗਲਤੀ ਹੋ ਜਾਂਦੀ ਹੈ ਜਾਂ ਲਫ਼ਜ਼ ਇੱਧਰ ਉੱਧਰ ਹੋ ਜਾਂਦਾ ਤਾਂ ਆਪਣਾ ਦਾਸ ਸਮਝ ਕੇ ਮਾफ़ ਕਰ ਦਿਆ ਕਰੋ। ਮੈਂ ਕੋਸ਼ਿਸ਼ ਕਰਦਾ ਕਿ ਤੁਹਾਨੂੰ ਵੱਧ ਤੋਂ ਵੱਧ ਇਸ ਸੰਵਿਧਾਨ ਬਾਰੇ ਜਾਣਕਾਰੀ ਦੇ ਸਕਾਂ। ਤੁਹਾਡੀਆਂ ਜੋ ਬੰਦ ਪਈ ਸੋਚ ਹੈ, ਜੋ ਸੁੱਤੀ ਪਈ ਸੋਚ ਹੈ, ਉਸ ਨੂੰ ਜਗਾਉਣ ਦਾ ਕੰਮ ਕਰ ਸਕਾਂ। मैं कोशिश करदा कि भारत के संविधान का नित थोनू भाग पढ़ पढ़ के सुना सकां। जिन्ने भी आर्टिकल इस भारत के संविधान अंदर ने उन्हां प्रति तुहानू जानकारी मुहैया करवा सकां। सो मेरे वीरो, समा बड़ा भयानक आ। अपने बच्चों प्रति जागरूक होवो, अपने भारत के संविधान प्रति जागरूक होवो, अपने बच्चों दियां मुढ़लियां लोड़ां प्रति जागरूक होवो। जो थोनू भारत के संविधान अंदर बाबा साहब ने तुहाडे अधिकार लैके दिते ने उस प्रति जागरूक होवो। अपनी बंद पईयां अखां नूं खोलो, अपने सुते दिमाग दियां नाड़ियां नूं खोलो ताकि तुसीं उन्हां विच वगदे खून की तरह इस भारत का संविधान का एक एक आर्टिकल तुहाडे अंदर चले, तुहाडे खून विच वगे ताकि तुसीं अपने विच एक झलक बाबा साहब भीम राव अंबेडकर जी की पा सको, एक झलक अपने बच्चों विच भीम राव अंबेडकर जी की पा सको। संत महापुरुष दे संत महापुरुष भगत सिंह, शहीद करतार सिंह सराभा, शहीद भगत सिंह, सरदार ऊधम सिंह भी तुहाडे बच्चों के अंश विचों ही निकले ने, तुहाडे विचों ही निकले ने। उन्होंने भारत के संविधान नूं पढ़िया ते विचारिया होवेगा जां भारत के जो संविधान तो पहला कानून सी उन्हां नूं पढ़िया विचारिया होवेगा। अगर तुसीं अज सुखां भरी जिंदगी बतीत कर रहे हो, अगर तुसीं सुख शांत खुशी ना अपने घरां विच रहे हो, तां इस भारत के संविधान की बदौलत तुसीं अपने घरां विच सचेत ते सुरक्षित बैठे हो। जो तुहाडे मौलिक अधिकार ने वो तुहानू इस संविधान राही मिले ने। सो प्यारे वीरो, इस संविधान नूं वध तों वध पढ़ो, विचारो, अपने बच्चों की स्कूली जिंदगी में इसनूं शामिल करो, अपनी घरेलू जिंदगी में इसनूं शामिल करो। मेरे प्यारे वीरो, अगर तुसीं संविधान नूं पढ़ के विचार के अपने अधिकार मंग सकोगे तो मेरे लिए ते बाबा साहेब भीम राव अंबेडकर लई इस तो वड्डी फखर की गल कोई नहीं होवेगी। सो अज सानू चंद लोगों ने सानू घरेलू मसलियां विच उलझा रखे आ। ये चंद लोगों ने सानू महंगाई विच उलझा रखे आ ताकि असीं अपनी घरेलू परिस्थितियां तो उपर उठ के अपने अधिकार ना मंग सकीए। सो इन्नियां क बेनतियां कबूल करियो। भारत के संविधान का अगला भाग असीं लैके कल हाज़र होवांगे। मैं बार बार इक्को ही बेनती करदा कि अगर मेरे कोलों पढ़ते समय शब्दों नूं विचारते समय जां लफ्ज़ां नूं विचारते समय इधर उधर कोई लफ्ज़ हो गया होवे जां अर्थ करते समय कोई अखर इधर उधर हो गया होवे तो अपना बच्चा समझ के माफ़ करियो। मेरी वीडियो नूं वध तों वध शेयर, लाइक ते सबसक्राइब करते रहियो मेरे चैनल नूं ताकि मैनूं तुहाडा प्यार मिलता रहे, तुहाडीआं दुआवां मिलदियां रहन ताकि हर रोज़ मैं खुशी खुशी तुहाडे अपने लोकां नूं भारत का संविधान समर्पित कर सकां, इस बारे एक मुढ़ली जानकारी मुहैया करवा सकां। सो मेरे प्यारे वीरो, बहुतियां गल्लां नहीं करते, प्यार भरी फतेह बुलाउने आ जी। वाहिगुरू जी का खालसा, वाहिगुरू जी की फतेह। सत श्री अकाल। अगला भाग लैके तुहाडी सभा दे विच कल हाज़र होवांगे। वाहिगुरू मेहर करे।